ਚਰਚਾ 'ਚ ਇਹ ਗੱਲ ਹੈਗੀ ਆ ਵੀ ਕੋਈ ਜ਼ਿੰਮੇਵਾਰ ਨਹੀਂ ਆਇਆ। ਪੰਥਕ ਸ਼ਖਸੀਅਤਾਂ ਜਾਂ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਜਿਹੜੇ ਆ ਬਹੁਤ ਸਾਰੇ ਅੱਜ ਕੱਲ੍ਹ ਲੀਡਰ ਨੇ, ਬੜਾ ਚਰਚਾ ਹੋ ਰਿਹਾ। ਇੱਕ ਬੰਦੀ ਸਿੰਘ ਦਾ ਪਰਿਵਾਰ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਇੱਥੇ ਆ ਅਤੇ ਤੁਹਾਨੂੰ ਜਾਣਕਾਰੀ ਮਿਲੀ ਅਤੇ ਤੁਸੀਂ ਇਸ ਪਰਿਵਾਰ ਦਾ ਮਾਣ ਸਨਮਾਨ ਕਰਨ ਲਈ ਪਹੁੰਚ ਗਏ ਹੋ। ਤੇ ਇਹਨਾਂ ਪਰਿਵਾਰਾਂ ਦੀ ਪਾਲਣ ਪੋਸ਼ਣ ਕਰਨਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜ਼ਿੰਮੇਵਾਰੀ ਬਣਦੀ ਆ। ਸਰ ਸਾਹਿਬ, ਜਿਸ ਦਿਨ ਇਹ ਆਏ ਨੇ 9 ਤਰੀਕ ਨੂੰ, ਅਤੇ ਸਿੱਖ ਫੈਡਰੇਸ਼ਨ UK ਦੀ ਇੱਕ ਸੰਸਥਾ ਹੈ, ਉਹਨਾਂ ਨੇ 50,000 ਰੁਪਈਆ ਸਾਨੂੰ ਭੇਜਿਆ ਸੀ ਕਿ ਇਸ ਪਰਿਵਾਰ ਨੂੰ ਦਿੱਤਾ ਜਾਵੇ। ਪੰਦਰਾਂ ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲ ਕਰਕੇ ਤੇ ਸਰਕਾਰ 'ਚ ਰਿਹਾ। ਪਰ ਅਫਸੋਸ ਦੀ ਇਹ ਗੱਲ ਕਿ ਅੱਜ ਤੇ ਸ਼੍ਰੋਮਣੀ ਬਾਦਲ ਦਲ, ਮੈਂ ਕਹਾਂਗਾ ਬਾਦਲ ਦਲ ਅੱਜ ਤੇ ਯਤਨ ਕਰ ਰਿਹਾ ਕਿ ਭਾਈ ਵਰਿਆਮ ਸਿੰਘ ਜੀ ਨੂੰ ਲਗਭਗ 26 ਸਾਲ 9 ਮਹੀਨੇ ਬਾਅਦ ਜਿਹੜੀ ਰਿਹਾਈ ਦੇ ਵਿੱਚ ਭੂਮਿਕਾ ਸਰਦਾਰ ਬਲਵੰਤ ਸਿੰਘ ਰਾਮੋਵਾਲੀਆ ਨੇ ਨਿਭਾਈ ਆ। ਕਈ ਤਰ੍ਹਾਂ ਦੀਆਂ ਮਤਲਬ ਬਿਆਨਬਾਜ਼ੀਆਂ ਆਉਂਦੀਆਂ ਨੇ, ਉਹਨਾਂ ਨੂੰ ਕੋਈ ਡਰਾਮੇਬਾਜ਼ ਕਹਿੰਦਾ, ਉਹਨਾਂ ਨੂੰ ਕੋਈ ਕੁਝ ਕਹਿੰਦਾ। ਮੈਂ ਕਹਿੰਦਾ ਇੱਕ ਹੀ ਰਿਹਾ ਕੀਤਾ ਸਹੀ। ਅਸਲ ਗੱਲ ਇਹ ਆ ਵੀ ਜਿਹੜੇ ਸਾਨੂੰ ਜ਼ਖਮ ਹੋਏ ਹੋਏ ਨੇ ਨਾ ਸੰਨ 47 ਦੇ, ਉਸ ਜ਼ਖਮਾਂ 'ਤੇ ਮਲਮ ਨਹੀਂ ਲੱਗ ਰਹੀ, ਉਸ ਜ਼ਖਮਾਂ ਨੂੰ ਹੋਰ ਖਦੇੜਿਆ ਜਾ ਰਿਹਾ। ਉਹਨਾਂ ਦੀ ਮਦਦ ਕਰਨੀ ਤੇ ਸਿੱਖ ਜਗਤ ਦਾ ਮੁੱਢਲਾ ਫਰਜ਼ ਹੈ। ਅਤੇ ਇਹ ਜਿਹੜੀਆਂ ਸੰਸਥਾਵਾਂ ਨੇ ਵੀ ਇਹਨਾਂ ਦੀ ਸਹਾਇਤਾ ਕੀਤੀ ਆ, ਉਹਨਾਂ ਦਾ ਮੈਂ ਧੰਨਵਾਦੀ ਹਾਂ। ਵੇਖੋ, ਜ਼ਿੰਮੇਵਾਰੀ ਸਾਡੀ ਬਣਦੀ ਹੈ ਨਾ, ਖਾਲਸੇ ਦੀ ਜਨਮ ਭੂਮੀ ਤੇ ਪੰਜਾਬ ਹੈ, ਅਤੇ ਪੰਜਾਬ ਵਾਲੇ ਜਿਹੜੇ ਨੇ ਉਹ ਕਰਨ। ਪਰ ਇਸ ਕਹਿ ਲਓ ਵੀ ਸਾਡੀ, ਮੈਂ ਤੈਨੂੰ ਨਲਾਇਕ ਹੀ ਕਹਾਂਗਾ ਵੀ ਅਸੀਂ ਨਹੀਂ ਕਰਦੇ। ਅਤੇ ਉਹ ਘਰ ਦੀ ਜਿਹੜੀ ਫੋਟੋ ਆ ਘਰ ਨੂੰ ਤਬਾਹ ਕਰ ਦਿੰਦੀ ਹੁੰਦੀ ਆ। ਇਸ ਕਰਕੇ ਸਾਡੇ ਲਈ ਜਿਹੜਾ ਦੋਹਰਾ ਮਾਪਦੰਡ ਆ ਨਾ, ਉਹ ਨਾ ਵਰਤਿਆ ਜਾਵੇ। ਜਦੋਂ ਸਾਡੇ ਸਾਰੇ ਬੰਦੀ ਸਿੰਘ ਆਪਣੀ ਸਾਰੀ ਜਿਹੜੀ ਆ ਉਹ ਸਜ਼ਾ ਪੂਰੀ ਕਰ ਚੁੱਕੇ ਨੇ, ਅਤੇ ਸਾਡੇ ਕੋਲ ਇੱਕ ਮਿਸਾਲ ਆ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦਾ ਕਾਤਲ ਜਿਹੜਾ ਉਹ ਰਿਹਾ ਕਰ ਦਿੱਤਾ ਗਿਆ, ਅਤੇ ਵੀ ਫਿਰ ਇਹ ਬੰਦੀ ਸਿੰਘ ਜਿਹੜੇ ਨੇ ਕਿਉਂ ਨਹੀਂ ਰਿਹਾ ਹੋ ਰਹੇ। ਮੈਂ ਤਾਂ ਇਸ ਗੱਲ ਦੀ ਬਈ ਉਹਦਾ ਧੰਨਵਾਦ ਕਰਦਾ ਕਿ ਜੇ ਇਹੋ ਹੀ ਸੋਚ ਸਾਡੇ ਬਾਦਲ ਪਰਿਵਾਰ ਕੋਲ ਹੁੰਦੀ ਤਾਂ ਫਿਰ ਮੈਂ ਸਮਝਦਾ ਵੀ ਜਿਹੜਾ ਅੱਜ ਅਸੀਂ ਵਿਖਾਵਾ ਕਰ ਰਹੇ ਹਾਂ ਨਾ, ਇਹ ਵਿਖਾਵਾ ਕਰਨ ਦੀ ਲੋੜ ਨਾ ਪੈਂਦੀ। ਸਾਰੇ ਬੰਦੀ ਸਿੰਘ ਆ ਜਿਹੜੇ ਉਹ ਘਰੋਂ ਘਰ ਆਣ ਕੇ ਬੈਠੇ ਹੁੰਦੇ। ਪਰ ਮੈਂ ਹੁਣ ਤੁਹਾਨੂੰ ਵਿਸ਼ਵਾਸ ਦਿਵਾਉਂਦਾ ਕਿ ਮੈਂ ਇਹਨਾਂ ਕੋਲੋਂ ਕੋਈ ਬੇਨਤੀ ਪੱਤਰ ਲੈ ਕੇ ਅਤੇ ਉਚੇਚੇ ਤੌਰ 'ਤੇ ਪ੍ਰਧਾਨ ਜੀ ਨੂੰ ਮਿਲ ਕੇ, ਜਿਹੜਾ ਮੈਨੂੰ ਬੀਬਾ ਜੀ ਨੇ ਦੱਸਿਆ ਕਿ ਜਿਸ ਹਾਲਾਤ ਵਿੱਚ ਰਹਿ ਰਹੇ ਆ, ਕੇਵਲ 2 ਏਕੜ ਇਹਨਾਂ ਦੀ ਜ਼ਮੀਨ ਆ, ਅਤੇ ਉਹ ਵੀ ਇੱਕ ਜੰਗਲੀ ਇਲਾਕੇ ਵਿੱਚ ਆ। ਬੋਲੇ ਸੋ ਨਿਹਾਲ। ਬੋਲੇ ਸੋ ਨਿਹਾਲ। ਸਾਧ ਸੰਗਤ ਜੀ, ਜਿਵੇਂ ਕਿ ਤੁਸੀਂ ਵੇਖ ਰਹੇ ਹੋ ਕਿ ਇਸ ਵਕਤ ਸ੍ਰੀ ਦਰਬਾਰ ਸਾਹਿਬ ਕੰਪਲੈਕਸ ਦੇ ਵਿੱਚ ਮਾਤਾ ਗੰਗਾ ਜੀ ਨਿਵਾਸ ਦੇ ਵਿੱਚ ਕਮਰਾ ਨੰਬਰ 21 ਦੇ ਵਿੱਚ ਭਾਈ ਵਰਿਆਮ ਸਿੰਘ ਜੀ, ਜਿਹੜੇ ਕਿ 26 ਸਾਲ 9 ਮਹੀਨੇ ਦੀ ਕੈਦ ਕੱਟ ਕੇ ਰਿਹਾ ਹੋਏ ਸਨ, ਅਤੇ ਇਹ ਉਹਨਾਂ ਦੀ ਨੂੰਹ ਰਾਣੀ ਬੀਬੀ ਸੁਖਬੀਰ ਕੌਰ ਅਤੇ ਬੀਬੀ ਸਿਮਰਜੀਤ ਕੌਰ, ਉਹਨਾਂ ਦੀ ਪੋਤਰੀ ਜਿਹੜੇ ਆ, ਇਹ 9 ਤਰੀਕ ਤੋਂ ਲਗਾਤਾਰ ਉਹ ਇੱਥੇ ਸਨ। ਅਤੇ ਇਹਨਾਂ ਨਾਲ ਪਹਿਲਾਂ ਅਸੀਂ ਗੱਲਬਾਤ ਕਰ ਚੁੱਕੇ ਹਾਂ। ਸਿੱਖ ਫੈਡਰੇਸ਼ਨ UK ਵੱਲੋਂ ਇਹਨਾਂ ਦੀ 50,000 ਰੁਪਈਆ ਜਿਹੜੀ ਆ ਮਦਦ ਕੀਤੀ ਗਈ ਸੀ, ਅਤੇ ਬੀਬੀ ਕਿਰਨਜੀਤ ਕੌਰ ਜੀ ਉਹ ਪ੍ਰੈਸ ਕਾਨਫਰੰਸ 'ਚ ਸ਼ਾਮਲ ਸੀਗੇ ਔਰ ਪਰਿਵਾਰ ਨੂੰ ਮਦਦ ਦਾ ਭਰੋਸਾ ਵੀ ਦਿੱਤਾ।
ਪਰ ਇੱਕ ਗੱਲ ਜਿਹੜੀ ਆ ਚਰਚਾ 'ਚ ਰਹੀ ਵੀ ਅੱਜ ਲਗਭਗ ਇੱਕ ਹਫ਼ਤਾ ਲਗਾਤਾਰ ਇੱਥੇ ਰਹਿਣ ਦੇ ਬਾਵਜੂਦ ਕਿਸੇ ਜ਼ਿੰਮੇਵਾਰੀ ਪੰਥਕ ਹਸਤੀ ਨੇ ਇਸ ਪਰਿਵਾਰ ਨੂੰ ਕੋਈ ਮਾਣ ਸਨਮਾਨ ਨਹੀਂ ਦਿੱਤਾ। ਤੇ ਹਲਕਾ ਡੇਰਾ ਬਾਬਾ ਨਾਨਕ ਦੇ SGPC ਮੈਂਬਰ ਜਥੇਦਾਰ ਅਮਰੀਕ ਸਿੰਘ ਜੀ ਸ਼ਾਹਪੁਰ ਗੁਰਾਇਆ ਸਾਹਿਬ ਨੂੰ ਜਦੋਂ ਇਹ ਜਾਣਕਾਰੀ ਮਿਲੀ ਆ ਕਿ ਭਾਈ ਵਰਿਆਮ ਸਿੰਘ ਜੀ ਦਾ ਪਰਿਵਾਰ ਇੱਥੇ ਪਹੁੰਚਿਆ ਤੇ ਅੱਜ ਉਹ ਆਪ ਇਸ ਕਮਰੇ 'ਚ ਪਹੁੰਚ ਕੇ ਤੇ ਇਹਨਾਂ ਨੂੰ ਸਰੋਪਾ ਉਹਨਾਂ ਨੇ ਭੇਂਟ ਕੀਤਾ ਹੈ। ਇਹਨਾਂ ਨਾਲ ਗੱਲ ਕਰਦੇ ਹਾਂ। ਜਥੇਦਾਰ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਫਤਿਹ ਜੀ। ਚਰਚਾ 'ਤੇ ਇਹ ਗੱਲ ਹੈਗੀ ਆ ਵੀ ਕੋਈ ਜ਼ਿੰਮੇਵਾਰ ਨਹੀਂ ਆਇਆ, ਪੰਥਕ ਸ਼ਖਸੀਅਤਾਂ ਜਾਂ ਬੰਦੀ ਸਿੰਘਾਂ ਦੀ ਗੱਲ ਕਰਨ ਵਾਲੇ ਜਿਹੜੇ ਆ ਬਹੁਤ ਸਾਰੇ ਅੱਜ ਕੱਲ੍ਹ ਲੀਡਰ ਨੇ, ਬੜਾ ਚਰਚਾ ਹੋ ਰਿਹਾ। ਇੱਕ ਬੰਦੀ ਸਿੰਘ ਦਾ ਪਰਿਵਾਰ ਅੱਜ ਇੱਕ ਹਫ਼ਤੇ ਤੋਂ ਲਗਾਤਾਰ ਇੱਥੇ ਆ ਤੇ ਤੁਹਾਨੂੰ ਜਾਣਕਾਰੀ ਮਿਲੀ ਤੇ ਤੁਸੀਂ ਇਸ ਪਰਿਵਾਰ ਦਾ ਮਾਣ ਸਨਮਾਨ ਕਰਨ ਲਈ ਪਹੁੰਚ ਗਏ ਹੋ। ਬਾਕੀਆਂ ਬਾਰੇ ਕੀ ਕਹਿਣਾ ਚਾਹੋਗੇ? ਸਰ ਬਲਵਿੰਦਰ ਸਿੰਘ ਜੀ, ਮੈਂ ਤਾਂ ਤੁਹਾਡਾ ਵੀ ਧੰਨਵਾਦ ਕਰਦਾ ਵੀ ਮੈਨੂੰ ਤੁਹਾਡੇ ਰਾਹੀਂ ਪਤਾ ਲੱਗਾ ਜੀ, ਨਹੀਂ ਤੇ ਅਣਗੌਲੇ ਚਲ ਜਾਣਾ ਸੀ ਜੀ। ਤੇ ਜਿਸ ਤਰ੍ਹਾਂ ਪ੍ਰੈਸ ਕਾਨਫਰੰਸ ਹੋਈ ਸੀ, ਮੈਨੂੰ ਅਫਸੋਸ ਇਸ ਗੱਲ ਦਾ ਜੀ, ਤੇ ਮੈਂ ਇਸ ਗੱਲ ਦੀ ਖਿਮਾ ਵੀ ਚਾਹਾਂਗਾ ਵੀ ਸਿੱਖਾਂ ਦੀ ਸਿਰਮੌਰ ਸੰਸਥਾ ਜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜੀ, ਜਿਹਦੀ ਇਹ ਜ਼ਿੰਮੇਵਾਰੀ ਬਣਦੀ ਆ ਵੀ ਜਿਹੜੇ ਸਾਡੇ ਯੋਧੇ ਸਿੰਘ ਸੂਰਮੇ ਜੀ, ਜਿਸ ਤਰ੍ਹਾਂ ਬੰਦੀ ਸਿੰਘਾਂ ਲਈ ਹੁਣ ਕੱਲ੍ਹ ਪਰਸੋਂ ਹੀ ਮੰਗ ਪੱਤਰ ਦਿੱਤੇ ਗਏ ਡੀ ਸਾਹਿਬ ਨੂੰ ਜਾ ਕੇ, ਹੋਰ ਵੀ ਜਦੋਂ ਵੀ ਸਾਡਾ ਆਮ ਅਜਲਾਸ ਹੁੰਦਾ ਉਹਦੇ ਵਿੱਚ ਅਸੀਂ ਮਤਾ ਵੀ ਪਾਉਂਦੇ ਹਾਂ ਜੀ। ਤੇ ਜਦੋਂ ਇਹ ਪਰਿਵਾਰ ਇੱਥੇ ਆਇਆ ਹੋਇਆ ਸੀ ਤੇ ਸਾਨੂੰ ਜ਼ਰੂਰ ਉਹਦੀ ਕੋਈ ਮਦਦ ਕਰਨੀ ਚਾਹੀਦੀ ਸੀ, ਪਰ ਮੈਂ ਹੁਣ ਤੁਹਾਨੂੰ ਵਿਸ਼ਵਾਸ ਦਿਵਾਉਣਾ ਕਿ ਮੈਂ ਇਹਨਾਂ ਕੋਲੋਂ ਕੋਈ ਬੇਨਤੀ ਪੱਤਰ ਲੈ ਕੇ ਤੇ ਉਚੇਚੇ ਤੌਰ 'ਤੇ ਪ੍ਰਧਾਨ ਜੀ ਨੂੰ ਮਿਲ ਕੇ, ਜਿਹੜਾ ਮੈਨੂੰ ਬੀਬਾ ਜੀ ਨੇ ਦੱਸਿਆ ਕਿ ਜਿਸ ਹਾਲਾਤ ਵਿੱਚ ਰਹਿ ਰਹੇ ਆ, ਕੇਵਲ 2 ਏਕੜ ਇਹਨਾਂ ਦੀ ਜ਼ਮੀਨ ਆ ਤੇ ਉਹ ਵੀ ਇੱਕ ਜੰਗਲੀ ਇਲਾਕੇ ਵਿੱਚ ਆ, ਤੇ ਇਹਨਾਂ ਪਰਿਵਾਰਾਂ ਦੀ ਪਾਲਣ ਪੋਸ਼ਣ ਕਰਨਾ ਜਿਹੜਾ ਉਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਬਣਦੀ ਆ। ਸੋ ਤੁਹਾਡਾ ਧੰਨਵਾਦ, ਤੁਸੀਂ ਵੀ ਇਹ ਗੱਲ ਜਿਹੜੀ ਆ ਉਹ ਸਾਡੇ ਧਿਆਨ ਵਿੱਚ ਲਿਆਂਦੀ ਆ ਤੇ ਮੈਂ ਯਤਨ ਕਰਾਂਗਾ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੰਨੀ ਵੀ ਇਹਨਾਂ ਦੀ ਵੱਧ ਤੋਂ ਵੱਧ ਮਦਦ ਹੋ ਸਕੇ ਆਪਾਂ ਕਰਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਜਥੇਦਾਰ ਸਾਹਿਬ, ਜਿਸ ਦਿਨ ਇਹ ਆਏ ਨੇ 9 ਤਰੀਕ ਨੂੰ, ਤੇ ਸਿੱਖ ਫੈਡਰੇਸ਼ਨ UK ਦੀ ਇੱਕ ਸੰਸਥਾ ਹੈ, ਉਹਨਾਂ ਨੇ 50,000 ਰੁਪਈਆ ਸਾਨੂੰ ਭੇਜਿਆ ਸੀ ਕਿ ਇਸ ਪਰਿਵਾਰ ਨੂੰ ਦਿੱਤਾ ਜਾਵੇ। ਉਸ ਤੋਂ ਪਹਿਲਾਂ ਸਿੱਖ ਰਿਲੀਫ ਵਾਲਿਆਂ ਨੇ ਇਹਨਾਂ ਦਾ ਘਰ ਬਣਾ ਕੇ ਦਿੱਤਾ, ਉਹਦੇ ਵਿੱਚ ਉਹਨਾਂ ਨੇ ਬੜੀ ਅਹਿਮ ਭੂਮਿਕਾ ਨਿਭਾਈ ਆ। ਔਰ ਸਾਡੀ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਵੀ ਸਮਾਂ ਬਾ ਸਮਾਂ ਭਾਈ ਵਰਿਆਮ ਸਿੰਘ ਨੂੰ ਮਿਲ ਕੇ ਵੀ ਅਸੀਂ ਜਿਹੜੀ ਆ ਸੇਵਾ ਯਥਾ ਸੰਭਵ ਕਰਦੇ ਰਹੇ ਹਾਂ। ਕੀ ਕਹਿਣਾ ਚਾਹੋਗੇ ਇਹਨਾਂ ਸੰਸਥਾਵਾਂ ਬਾਰੇ? ਵੇਖੋ, ਉਹਨਾਂ ਸੰਸਥਾਵਾਂ ਦਾ ਧੰਨਵਾਦ ਜੀ। ਇਹਦੇ ਨਾਲ ਜਿਹੜੇ ਕੌਮ ਲਈ ਕੁਝ ਕਰ ਗਏ, ਜੋ ਉਦੋਂ ਹਾਲਾਤ ਸਨ, ਤੁਸੀਂ ਆਪ ਉਹ ਸਾਰਾ ਸੰਤਾਪ ਆਪਣੇ ਪਿੰਡੇ 'ਤੇ ਹੰਢਾਇਆ, ਤੇ ਉਹਨਾਂ ਪਰਿਵਾਰਾਂ ਦੀ ਜਿਹੜੇ ਪਰਿਵਾਰ ਪ੍ਰਭਾਵਿਤ ਹੋਏ ਉਹਨਾਂ ਦੀ ਮਦਦ ਕਰਨੀ ਤੇ ਸਿੱਖ ਜਗਤ ਦਾ ਮੁੱਢਲਾ ਫਰਜ਼ ਹੈ। ਤੇ ਇਹ ਜਿਹੜੀਆਂ ਸੰਸਥਾਵਾਂ ਨੇ ਵੀ ਇਹਨਾਂ ਦੀ ਸਹਾਇਤਾ ਕੀਤੀ ਆ, ਉਹਨਾਂ ਦਾ ਮੈਂ ਧੰਨਵਾਦੀ ਹਾਂ। ਵਾਹਿਗੁਰੂ ਕਿਰਪਾ ਕਰਨ ਉਹ ਇਸੇ ਤਰ੍ਹਾਂ ਹੀ ਇਹਨਾਂ ਪਰਿਵਾਰਾਂ ਦੀ ਸੇਵਾ ਕਰਦੇ ਰਹਿਣ। ਜੇ ਅਸੀਂ ਇਹਨਾਂ ਪਰਿਵਾਰਾਂ ਨੂੰ ਵਿਸਾਰ ਦਿੱਤਾ ਤੇ ਫਿਰ ਆਉਣ ਵਾਲੇ ਸਮੇਂ ਵਿੱਚ ਕੌਮੀ ਜਜ਼ਬਾ ਜਿਹੜਾ ਉਹ ਹੌਲੀ ਹੌਲੀ ਮੁੱਕ ਜਾਊਗਾ। ਜਦੋਂ ਅਸੀਂ ਪਰਿਵਾਰਾਂ ਦੀ ਮਾੜੀ ਹਾਲਤ ਵੇਖਾਂਗੇ ਨਾ, ਤੇ ਸੋ ਜਿਹੜੇ ਵਿਦੇਸ਼ਾਂ ਵਿੱਚ ਬੈਠੇ ਸਿੰਘ ਨੇ ਉਹਨਾਂ ਦਾ ਕੋਟਾਨ ਕੋਟ ਧੰਨਵਾਦ ਕਿ ਉਹ ਸਮੇਂ-ਸਮੇਂ ਉਹਨਾਂ ਨੇ ਸਿੱਖਾਂ ਦਾ ਸਾਰੇ ਸੰਸਾਰ ਵਿੱਚ ਸਿੱਖੀ ਦਾ ਨਾਮ ਰੋਸ਼ਨ ਕੀਤਾ ਹੈ ਤੇ ਸਾਨੂੰ ਉਹਨਾਂ 'ਤੇ ਮਾਣ ਆ ਵੀ ਉਹ ਵਿਦੇਸ਼ ਵਿੱਚ ਰਹਿੰਦਿਆਂ ਹੋਇਆਂ ਵੀ। ਵੇਖੋ, ਜ਼ਿੰਮੇਵਾਰੀ ਸਾਡੀ ਬਣਦੀ ਹੈ ਨਾ, ਖਾਲਸੇ ਦੀ ਜਨਮ ਭੂਮੀ ਤੇ ਪੰਜਾਬ ਹੈ, ਵੀ ਪੰਜਾਬ ਵਾਲੇ ਜਿਹੜੇ ਨੇ ਉਹ ਕਰਨ। ਪਰ ਇਸ ਕਹਿ ਲਓ ਵੀ ਸਾਡੀ, ਮੈਂ ਤੈਨੂੰ ਨਾ ਲੈ ਕੇ ਕਹਾਂਗਾ ਵੀ ਅਸੀਂ ਨਹੀਂ ਕਰਦੇ, ਤੇ ਉਹਨਾਂ ਦਾ ਧੰਨਵਾਦ ਜਿਹੜੀਆਂ ਵੀ ਸੰਸਥਾਵਾਂ ਜਿਹੜੀਆਂ ਇਹਨਾਂ ਦੀ ਸਮੇਂ-ਸਮੇਂ ਸਹਾਇਤਾ ਕਰਦੀਆਂ ਨੇ। ਅੱਛਾ, ਇੱਕ ਗੱਲ ਜਾਂਦੇ ਜਾਂਦੇ ਕਿ ਭਾਈ ਵਰਿਆਮ ਸਿੰਘ ਜੀ ਨੂੰ ਲਗਭਗ 26 ਸਾਲ 9 ਮਹੀਨੇ ਬਾਅਦ ਜਿਹੜੀ ਰਿਹਾਈ ਦੇ ਵਿੱਚ ਭੂਮਿਕਾ ਸਰਦਾਰ ਬਲਵੰਤ ਸਿੰਘ ਰਾਮੋਵਾਲੀਆ ਨੇ ਨਿਭਾਈ ਆ। ਕਈ ਤਰ੍ਹਾਂ ਦੀਆਂ ਮਤਲਬ ਬਿਆਨਬਾਜ਼ੀਆਂ ਆਉਂਦੀਆਂ ਨੇ, ਉਹਨਾਂ ਨੂੰ ਕੋਈ ਡਰਾਮੇਬਾਜ਼ ਕਹਿੰਦਾ, ਉਹਨਾਂ ਨੂੰ ਕੋਈ ਕੁਝ ਕਹਿੰਦਾ। ਮੈਂ ਕਹਿੰਦਾ ਇੱਕ ਹੀ ਰਿਹਾ ਕੀਤਾ ਸਹੀ, ਰਿਹਾ ਕੀਤਾ ਤੇ ਹੈ। ਅੱਜ ਅਸੀਂ ਸਾਰੇ ਬੰਦੀ ਸਿੰਘਾਂ ਦੀ ਗੱਲ ਕਰਨ ਲਈ ਮਗਰਮੱਛ ਦੇ ਅਥਰੂ ਵਹਾਉਣ ਵਾਲੇ ਲੋਕ ਵੀ ਵਿੱਚ ਹੁਣ ਬੜੇ ਫਿਰਦੇ ਆ, ਪਰ ਇੱਕ ਹੀ ਬੰਦਾ ਰਿਹਾ ਹੋਇਆ, ਸਤਿਗੁਰੂ ਨੇ ਕਿਰਪਾ ਕਰਕੇ ਉਹਨਾਂ ਕੋਲ ਸੇਵਾ ਲਈ ਆ। ਕੀ ਕਹਿਣਾ ਚਾਹੋਗੇ? 15 ਸਾਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਹੈ ਉਹ ਭਾਰਤੀ ਜਨਤਾ ਪਾਰਟੀ ਨਾਲ ਭਾਈਵਾਲ ਕਰਕੇ ਤੇ ਸਰਕਾਰ 'ਚ ਰਿਹਾ, ਤੇ ਲੰਮਾ ਸਮਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਸੈਂਟਰ ਵਿੱਚ ਰਹੀ, ਤੇ ਸ਼੍ਰੋਮਣੀ ਅਕਾਲੀ ਦਲ ਦਾ ਨੁਮਾਇੰਦਾ ਜਿਹੜਾ ਹੈ ਉਹ ਵੀ ਉਹਦੇ ਵਿੱਚ ਸੈਂਟਰ ਵਿੱਚ ਕੈਬਨਿਟ ਵਿੱਚ ਇੱਕ ਹਰ ਸਮੇਂ ਰਿਹਾ। ਪਰ ਅਫਸੋਸ ਦੀ ਇਹ ਗੱਲ ਕਿ ਅੱਜ ਤੇ
ਸ਼੍ਰੋਮਣੀ ਬਾਦਲ ਦਲ ਮੈਂ ਕਹਾਂਗਾ, ਬਾਦਲ ਦਲ ਅੱਜ ਤੇ ਯਤਨ ਕਰ ਰਿਹਾ, ਇਹ ਫਿਰ ਲੋਕਾਂ ਨੂੰ ਇੱਕ ਵਿਖਾਵੇ ਤੋਂ ਬਿਨਾਂ ਹੋਰ ਕੋਈ ਨਹੀਂ ਦਿਸਦਾ ਵੀ ਜਦੋਂ ਤੁਸੀਂ ਸਰਕਾਰ ਵਿੱਚ ਸੀ, ਬਲਵੰਤ ਸਿੰਘ ਰਾਮੂਵਾਲੀਆ ਨੂੰ ਸਮਾਂ ਮਿਲਿਆ, ਉਹਨੂੰ ਯੂਪੀ ਦੇ ਮੁੱਖ ਮੰਤਰੀ ਨੇ ਉਹਨੂੰ ਮਿਨਿਸਟਰ ਬਣਾਇਆ, ਉਹਨੇ ਆਪਣੇ ਅਧਿਕਾਰ ਵਰਤਦਿਆਂ ਹੋਇਆਂ ਭਾਈ ਵਰਿਆਮ ਸਿੰਘ ਦੀ ਜਿਹੜੀ ਸੀ ਉਹ ਰਿਹਾਈ ਕਰਵਾਈ। ਮੈਂ ਤਾਂ ਇਸ ਗੱਲ ਦੀ ਬਈ ਉਹਦਾ ਧੰਨਵਾਦ ਕਰਦਾ ਕਿ ਜੇ ਇਹੋ ਹੀ ਸੋਚ ਸਾਡੇ ਬਾਦਲ ਪਰਿਵਾਰ ਕੋਲ ਹੁੰਦੀ ਤੇ ਫਿਰ ਮੈਂ ਸਮਝਦਾ ਵੀ ਜਿਹੜਾ ਅੱਜ ਅਸੀਂ ਵਿਖਾਵਾ ਕਰ ਰਹੇ ਹਾਂ ਨਾ, ਇਹ ਵਿਖਾਵਾ ਕਰਨ ਦੀ ਲੋੜ ਨਾ ਪੈਂਦੀ, ਸਾਰੇ ਬੰਦੀ ਸਿੰਘ ਆ ਜਿਹੜੇ ਉਹ ਘਰੋਂ ਘਰ ਆਣ ਕੇ ਬੈਠੇ ਹੁੰਦੇ। ਮਤਲਬ ਇਹ ਤੇ ਚਾਹੁੰਦੇ ਤੇ ਜਿਹੜੇ ਬਾਹਰ ਦੀਆਂ ਜੇਲ੍ਹਾਂ ਦੇ ਵਿੱਚ ਇੰਨੀਆਂ ਸਖਤੀਆਂ ਚੱਲ ਰਹੇ ਨੇ, ਇਹ ਪੰਜਾਬ ਦੀਆਂ ਜੇਲ੍ਹਾਂ 'ਚ ਉਹਨਾਂ ਦੇ ਕੇਸ ਨੇ ਪੰਜਾਬ ਦੇ, ਇਹਨਾਂ ਸਗੋਂ ਲਿਖ ਦਿੱਤਾ ਵੀ ਨਹੀਂ ਲੋੜ ਨਹੀਂ, ਇਹਨਾਂ ਨੂੰ ਇੱਥੇ ਹੀ ਰੱਖੋ। ਵੇਖੋ ਗੱਲ ਇਸ ਤਰ੍ਹਾਂ ਹੈ, ਇਸ ਹਿੰਦੁਸਤਾਨ ਵਿੱਚ ਦੋ ਕਾਨੂੰਨ ਨੇ, ਸਿੱਖਾਂ ਲਈ ਵੱਖਰੇ ਨੇ ਤੇ ਬਾਕੀ ਲੋਕਾਂ ਲਈ, ਬਾਕੀ ਭਾਰਤ ਵਾਸੀਆਂ ਲਈ ਵੱਖਰੇ ਨੇ। ਅਸਲ ਗੱਲ ਇਹ ਆ ਵੀ ਜਿਹੜੇ ਸਾਨੂੰ ਜ਼ਖਮ ਹੋਏ ਨੇ ਨਾ ਸੰਨ 47 ਦੇ, ਉਸ ਜ਼ਖਮਾਂ 'ਤੇ ਮਲਮ ਨਹੀਂ ਲੱਗ ਰਹੀ, ਉਸ ਜ਼ਖਮਾਂ ਨੂੰ ਹੋਰ ਖਦੇੜਿਆ ਜਾ ਰਿਹਾ। ਜਦੋਂ ਦੇਸ਼ ਦਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੇ ਜਿਹੜੇ ਕਾਤਲ ਸੀ ਉਹਨਾਂ ਦੀ ਰਿਹਾਈ ਹੋ ਸਕਦੀ ਆ, ਤੇ ਜਿਹੜੇ ਸਿੰਘ ਆਪਣੇ ਦਰਬਾਰ ਸਾਹਿਬ ਜਿਹੜੇ ਸਾਨੂੰ ਜਾਨ ਤੋਂ ਪਿਆਰਾ ਏ, ਉਹਦੇ ਵਾਸਤੇ ਜਜ਼ਬਾਤ ਵਿੱਚ ਆਣ ਕੇ ਜਿਹੜੇ ਇਹਨਾਂ ਕੋਲ ਕਾਰਵਾਈ ਕੀਤੀ ਤੇ ਉਹ ਆਪਣੀ ਹਿੰਦੁਸਤਾਨ ਦੇ ਕਾਨੂੰਨ ਅਨੁਸਾਰ ਆਪਣੀ ਸਜ਼ਾ ਪੂਰੀ ਕਰ ਚੁੱਕੇ ਨੇ। ਪਰ ਇਹ ਦੋਹਰਾ ਮਾਪਦੰਡ ਕਿਉਂ? ਇਹ ਗੱਲ ਯਾਦ ਰੱਖੇ ਜਿਹੜੀ ਸਾਡੀ ਕੇਂਦਰੀ ਸਰਕਾਰ, ਵੀ ਪਰਿਵਾਰ ਵਿੱਚ ਜੇ ਕਿਸੇ ਪਰਿਵਾਰ ਦੇ ਮੈਂਬਰ ਨਾਲ ਜ਼ਿਆਦਤੀ ਕੀਤੀ ਜਾਵੇ ਤੇ ਉਹ ਬਹੁਤਾ ਸਮਾਂ ਉਹਨੂੰ ਬਰਦਾਸ਼ਤ ਨਹੀਂ ਕਰਦਾ ਹੁੰਦਾ, ਤੇ ਉਹ ਘਰ ਦੀ ਜਿਹੜੀ ਫੋਟੋ ਆ ਘਰ ਨੂੰ ਤਬਾਹ ਕਰ ਦਿੰਦੀ ਹੁੰਦੀ ਆ। ਇਸ ਕਰਕੇ ਸਾਡੇ ਲਈ ਜਿਹੜਾ ਦੋਹਰਾ ਮਾਪਦੰਡ ਆ ਨਾ, ਉਹ ਨਾ ਵਰਤਿਆ ਜਾਵੇ। ਜਦੋਂ ਸਾਡੇ ਸਾਰੇ ਬੰਦੀ ਸਿੰਘ ਆਪਣੀ ਸਾਰੀ ਜਿਹੜੀ ਆ ਉਹ ਸਜ਼ਾ ਪੂਰੀ ਕਰ ਚੁੱਕੇ ਨੇ ਤੇ ਸਾਡੇ ਕੋਲ ਇੱਕ ਮਿਸਾਲ ਆ ਵੀ ਇੱਕ ਦੇਸ਼ ਦਾ ਪ੍ਰਧਾਨ ਮੰਤਰੀ ਦਾ ਕਾਤਲ ਜਿਹੜਾ ਉਹ ਰਿਹਾ ਕਰ ਦਿੱਤਾ ਗਿਆ, ਤੇ ਵੀ ਫਿਰ ਇਹ ਬੰਦੀ ਸਿੰਘ ਜਿਹੜੇ ਨੇ ਕਿਉਂ ਨਹੀਂ ਰਿਹਾ ਹੋ ਰਹੇ? ਬਿਲਕੁਲ ਜੀ, ਜਥੇਦਾਰ ਅਮਰੀਕ ਸਿੰਘ ਸ਼ਾਹ ਗੁਰਗਰਾਜ ਜੀ ਨੇ ਬੜੇ ਵਧੀਆ ਤਰੀਕੇ ਨਾਲ ਗੱਲ ਕੀਤੀ ਹੈ ਕਿ ਜਿਹੜੇ ਦੋਹਰੇ ਮਾਪਦੰਡ ਬਣਾਏ ਜਾ ਰਹੇ ਨੇ ਸਿੱਖ ਬੰਦੀਆਂ ਦੇ ਲਈ, ਇਹ ਜਿਹੜੇ ਆ ਇਹ ਨਹੀਂ ਹੋਣੇ ਚਾਹੀਦੇ। ਔਰ ਕਿਤੇ ਨਾ ਕਿਤੇ ਕਹਿ ਲਓ ਭਾਰਤੀ ਨਿਆਂ ਪ੍ਰਣਾਲੀ ਕਹਿ ਲਓ ਜਾਂ ਭਾਰਤ ਸਰਕਾਰ ਕਹਿ ਲਓ, ਭਈ ਉਹ ਕਿਤੇ ਨਾ ਕਿਤੇ ਦੂਸਰੇ ਦਰਜੇ ਦੇ ਸ਼ਹਿਰੀ ਹੋਣ ਦਾ ਜਿਹੜਾ ਅਹਿਸਾਸ ਕਰਵਾ ਦਿੰਦੀ ਆ ਸਾਡੀ ਸਿੱਖ ਕੌਮ ਨੂੰ। ਇਹ ਜਿਹੜੀ ਆ ਇਹ ਬੜੀ ਮਾੜੀ ਗੱਲ ਆ, ਬੜੀ ਮੰਦਭਾਗੀ ਆ ਔਰ ਨਹੀਂ ਹੋਣੀ ਚਾਹੀਦੀ। ਜਿਸ ਦੇਸ਼ ਦੇ ਲਈ 90% ਤੋਂ ਵੱਧ ਕੁਰਬਾਨੀਆਂ ਜਿਹੜੀਆਂ ਨੇ ਪੰਜਾਬੀਆਂ ਨੇ ਕੀਤੀਆਂ ਹੋਣ, ਖਾਸ ਕਰਕੇ ਸਿੱਖਾਂ ਨੇ ਕੀਤੀਆਂ ਹੋਣ, ਤੇ ਉੱਥੇ ਜਦੋਂ ਰਾਜ ਭਾਗ ਇਹਨਾਂ ਲੋਕਾਂ ਦੇ ਹੱਥ 'ਚ ਆਉਂਦਾ ਤੇ ਉਹ ਸਾਨੂੰ ਮਤਲਬ ਇੱਕ ਜਰਾਇਮ ਪੇਸ਼ਾ ਕੌਮ ਵਾਂਗੂ ਟਰੀਟ ਕਰਨ, ਤੇ ਇਹ ਗੱਲ ਜਿਹੜੀ ਆ ਕਿਤੇ ਨਾ ਕਿਤੇ ਬਹੁਤ ਦੁਖਦਾਈ ਆ। ਤੇ ਉਮੀਦ ਕਰਦੇ ਹਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਭਾਰਤੀ ਸਿਆਸਤਦਾਨ ਨੇ ਜਾਂ ਰਾਜ ਕਰਨ ਵਾਲੇ ਲੋਕ ਨੇ, ਉਹ ਕਿਤੇ ਨਾ ਕਿਤੇ ਸਿੱਖਾਂ ਦੇ ਪ੍ਰਤੀ ਕੋਈ ਨਾ ਕੋਈ ਸਹੀ ਫੈਸਲਾ ਲੈਣਗੇ ਤੇ ਇਹਨਾਂ ਨੂੰ ਵੀ ਅਹਿਸਾਸ ਕਰਾਉਣਗੇ ਕਿ ਤੁਹਾਡਾ ਵੀ ਪੂਰਾ ਹੱਕ ਹੈ ਇਸ ਮੁਲਕ ਦੇ ਉੱਤੇ। ਸਾਧ ਸੰਗਤ ਜੀ, ਇਸ ਵਕਤ ਦੋ ਲਫ਼ਜ਼ ਅਸੀਂ ਭਾਈ ਵਰਿਆਮ ਸਿੰਘ ਜੀ ਦੇ ਪਰਿਵਾਰ ਦੇ ਨਾਲ ਵੀ ਸਾਂਝੇ ਕਰਦੇ ਹਾਂ। ਬੇਟੀ ਸਿਮਰਜੀਤ ਕੌਰ ਜੋ ਕਿ ਭਾਈ ਵਰਿਆਮ ਸਿੰਘ ਜੀ ਦੀ ਪੋਤਰੀ ਆ ਔਰ +1 ਦੀ ਸਟੂਡੈਂਟ ਆ, ਔਰ ਦੁੱਖ ਇਸ ਗੱਲ ਦਾ ਹੋਇਆ ਇਹ ਗੱਲ ਜਾਣ ਕੇ ਕਿ ਫੀਸ ਨਾ ਹੋਣ ਕਰਕੇ ਇਹਦੀ ਪੜ੍ਹਾਈ ਜਿਹੜੀ ਆ ਇਹਦਾ ਨਾਮ ਕੱਟਿਆ ਹੋਇਆ ਸਕੂਲ ਦੇ ਵਿੱਚੋਂ। ਤੇ ਬੇਹੱਦ ਸ਼ੁਕਰਗੁਜ਼ਾਰ ਹਾਂ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਦੇ, ਜਿਨ੍ਹਾਂ ਨੇ ਸਾਡੇ ਰਾਹੀਂ ਇਸ ਪਰਿਵਾਰ ਤੱਕ 50,000 ਰੁਪਏ ਦੀ ਸੇਵਾ ਪਹੁੰਚਾਈ ਆ ਤੇ ਹੁਣ ਜਾਂਦਿਆਂ ਹੀ ਆਪਣੀ ਪੜ੍ਹਾਈ ਜਿਹੜੀ ਆ ਉਹ ਜ਼ਰੂਰ ਜਾਰੀ ਰੱਖੇਗੀ। ਬੇਟਾ ਸਿਮਰਜੀਤ, ਅੱਜ ਜਥੇਦਾਰ ਸਾਹਿਬ ਹੁਣੀ SGPC ਦੇ ਮੈਂਬਰ ਨੇ ਸਾਡੇ, ਤੇ ਤੁਹਾਨੂੰ ਆ ਕੇ ਇਹਨਾਂ ਤੁਹਾਡੇ ਕਮਰੇ ਦੇ ਵਿੱਚ ਪਹੁੰਚ ਕੇ ਤੁਹਾਨੂੰ ਜਿਹੜਾ ਇਹ ਸਰੋਪਾ ਭੇਟ ਕੀਤਾ, ਮਾਣ ਸਨਮਾਨ ਭੇਟ ਕੀਤਾ, ਕਿਵੇਂ ਲੱਗਾ? ਸਾਨੂੰ ਬਹੁਤ ਹੀ ਚੰਗਾ ਲੱਗਾ। ਇਹਨਾਂ ਨੇ ਸਾਨੂੰ ਕਮਰੇ ਵਿੱਚ ਆਣ ਕੇ ਬਹੁਤ ਮਾਨ ਸਨਮਾਨ ਦਿੱਤਾ। SGPC ਵੱਲੋਂ ਇਹਨਾਂ ਨੇ ਸਾਨੂੰ ਬਹੁਤ ਸਨਮਾਨ ਕੀਤਾ, ਉਹ ਵੀ ਕਮਰੇ 'ਚ ਆਣ ਕੇ ਕੀਤਾ। ਮੈਂ ਇਹਨਾਂ ਦਾ ਬਹੁਤ ਧੰਨਵਾਦ ਕਰਦੀ ਹਾਂ। ਤੇ ਇਹਨਾਂ ਨੇ ਸਾਨੂੰ ਇਹ ਵੀ ਕਿਹਾ ਕਿ ਐਪਲੀਕੇਸ਼ਨ ਦੇ ਕੇ ਮਤਲਬ ਕਿ ਸ਼੍ਰੋਮਣੀ ਕਮੇਟੀ ਵਾਲਿਆਂ ਨੂੰ ਅਸੀਂ ਹੈਲਪ ਕਰਾਂਗੇ ਤੁਹਾਡੀ। ਹਾਂਜੀ ਬਿਲਕੁਲ, ਕਿਉਂਕਿ ਅਸੀਂ ਇਹਨਾਂ ਨੂੰ ਬੜੀ ਚੰਗੀ ਤਰ੍ਹਾਂ ਜਾਣਦੇ ਹਾਂ। ਜੋ ਕਹਿੰਦੇ ਆ ਇਹ ਕਰ ਦਿੰਦੇ ਆ, ਇਹਨਾਂ ਦਾ ਸਿਆਸੀ ਲੀਡਰਾਂ ਵਾਲਾ ਭਰੋਸਾ ਨਹੀਂ ਹੁੰਦਾ। ਤੇ ਉਮੀਦ ਕਰਦੇ ਹਾਂ, ਤੁਸੀਂ ਕੀ ਕਹਿਣਾ ਚਾਹੋਗੇ ਬੀਬੀ ਜੀ? ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਬੱਚਿਆਂ ਦੀ ਪੜ੍ਹਾਈ ਬਾਰੇ ਅੱਗੇ ਸੋਚ ਲਓ ਬਸ, ਕਿ ਬੱਚੇ ਸਾਡੇ ਕਿ ਬਹੁਤ ਹਾਲਾਤ ਸਾਡੇ ਘਰ ਦੇ ਬਹੁਤ ਖਰਾਬ ਨੇ। ਕੋਈ ਨਹੀਂ ਜੀ, ਸਤਿਗੁਰੂ ਕਿਰਪਾ ਕਰਨਗੇ। ਅਸੀਂ ਇਸ ਗੱਲ ਦਾ ਤੁਹਾਨੂੰ ਭਰੋਸਾ ਦਿਵਾਉਂਦੇ ਹਾਂ ਆਪਣੇ ਚੈਨਲ ਵੱਲੋਂ, ਆਪਣੀ ਸੰਸਥਾ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ, ਤੇ ਹੋਰ ਵੀ NRI ਭੈਣ ਭਰਾ ਜਿਨ੍ਹਾਂ ਨੇ ਤੁਹਾਡੀ ਪਹਿਲਾਂ ਵੀ ਮਦਦ ਕੀਤੀ ਆ। ਮੈਂ ਇੱਕ ਵਾਰੀ ਫਿਰ ਜ਼ਿਕਰ ਕਰ ਦਿਆਂ ਕਿ ਸਿੱਖ ਰਿਲੀਫ ਵਾਲਿਆਂ ਦਾ ਵਿਸ਼ੇਸ਼ ਧੰਨਵਾਦ ਕਰਾਂਗੇ, ਜਿਨ੍ਹਾਂ ਨੇ ਇਹਨਾਂ ਦਾ ਘਰ ਬਣਾਉਣ ਦੇ ਵਿੱਚ ਬੜੀ ਅਹਿਮ ਭੂਮਿਕਾ ਨਿਭਾਈ ਆ। ਔਰ ਜਦੋਂ ਉਹ ਜਿਉਂਦੇ ਸਨ
ਭਾਈ ਵਰਿਆਮ ਸਿੰਘ ਜੀ, ਉਦੋਂ ਵੀ ਉਹਨਾਂ ਦੀ ਮਦਦ ਹੁੰਦੀ ਰਹੀ ਆ, ਜੇਲ੍ਹ ਦੇ ਵਿੱਚ ਵੀ ਪੈਰਵਾਈ ਹੁੰਦੀ ਰਹੀ ਆ। ਔਰ ਕਿਤੇ ਨਾ ਕਿਤੇ ਸਿੱਖ ਰਿਲੀਫ ਵਾਲਿਆਂ ਦੀ ਇੱਕ ਅਲੱਗ ਭੂਮਿਕਾ ਹੈ, ਜਿਹੜੇ ਖਾਸ ਕਰਕੇ ਬੰਦੀ ਸਿੰਘਾਂ ਦੇ ਲਈ ਜਾਂ ਜੇਲ੍ਹਾਂ ਦੇ ਵਿੱਚ ਬੰਦ ਸਿੰਘਾਂ ਦੇ ਲਈ ਉਹ ਬੜੀ ਅੱਛੀ ਸੇਵਾ ਕਰ ਰਹੇ ਨੇ, ਬਹੁਤ ਉਹਨਾਂ ਦਾ ਧੰਨਵਾਦ। ਔਰ ਸਿੱਖ ਫੈਡਰੇਸ਼ਨ ਯੂਕੇ ਵਾਲਿਆਂ ਦਾ ਜਿਹੜੇ ਸਾਡੇ 'ਤੇ ਭਰੋਸਾ ਕਰਦੇ ਨੇ ਔਰ ਇਸ ਤਰ੍ਹਾਂ ਦੇ ਲੋੜਵੰਦ ਪਰਿਵਾਰਾਂ ਦੀ ਅਕਸਰ ਮਦਦ ਕਰਦੇ ਰਹਿੰਦੇ ਆ, ਉਹਨਾਂ ਦੇ ਵੀ ਅਸੀਂ ਬੇਹੱਦ ਸ਼ੁਕਰਗੁਜ਼ਾਰ ਹਾਂ। ਔਰ ਗੁਰੂ ਨਾਨਕ ਲੰਗਰ ਸੇਵਾ ਸੁਸਾਇਟੀ ਇੰਟਰਨੈਸ਼ਨਲ ਵੱਲੋਂ ਅਸੀਂ ਭਰੋਸਾ ਦਿਵਾਉਂਦੇ ਹਾਂ ਬੇਟਾ ਕਿ ਜਿੰਨਾ ਵੀ ਤੁਸੀਂ ਪੜ੍ਹਨਾ ਚਾਹੋ, ਤੁਸੀਂ ਆਪਣੀ ਪੜ੍ਹਾਈ ਨੂੰ ਜਾਂਦਿਆਂ ਹੀ ਜਾਰੀ ਰੱਖੋ। ਜਦੋਂ ਵੀ ਤੁਹਾਡੀ ਫੀਸ ਜਾਂ ਕਿਸੇ ਤਰ੍ਹਾਂ ਦੀ ਤੁਹਾਨੂੰ ਕੋਈ ਪੜ੍ਹਾਈ ਲਈ ਜਿਹੜੀ ਵੀ ਚੀਜ਼ ਚਾਹੀਦੀ ਆ, ਅਸੀਂ ਪਹਿਲ ਦੇ ਆਧਾਰ 'ਤੇ ਤੁਹਾਨੂੰ ਜਿਹੜੀ ਆ ਉਹ ਮੁਹੱਈਆ ਕਰਾਉਣ ਦੀ ਕੋਸ਼ਿਸ਼ ਕਰਾਂਗੇ, ਕਿਉਂਕਿ ਸਾਡਾ ਕੰਮ ਤੇ ਸੰਗਤ ਅੱਗੇ ਸਵਾਲ ਰੱਖਣਾ ਹੁੰਦਾ ਤੇ ਸੰਗਤ ਦੇ ਸਹਿਯੋਗ ਦੇ ਨਾਲ ਅਸੀਂ ਜ਼ਰੂਰ ਜਿਹੜਾ ਵਾ ਤੁਹਾਡਾ ਖਿਆਲ ਰੱਖਾਂਗੇ। ਬੜਾ ਲੰਬਾ ਸਮਾਂ ਕੈਦ ਕੱਟੀ ਆ ਭਾਈ ਵਰਿਆਮ ਸਿੰਘ ਜੀ ਨੇ। ਔਰ ਜਥੇਦਾਰ ਸਾਹਿਬ, ਇੱਕ ਗੱਲ ਬੜੀ ਉਹਨਾਂ ਦੀ ਮੈਨੂੰ ਵਧੀਆ ਲੱਗੀ ਵੀ ਮੈਨੂੰ ਰਾਮੂਵਾਲੀਆ ਸਾਹਿਬ ਨੇ ਦੱਸਿਆ ਕਿ ਮੈਂ ਉਹਨੂੰ ਜਦੋਂ ਆਖਿਆ ਜੇਲ੍ਹ 'ਚ ਜਾ ਕੇ ਵੀ ਵਰਿਆਮ ਸਿਆ ਤੈਨੂੰ ਰਿਹਾ ਕਰ ਦਈਏ, ਤੇ ਕਹਿੰਦਾ ਉਹਨੇ ਸਿੱਖਾਂ ਵਰਗੀ ਗੱਲ ਕੀਤੀ। ਆਂਦਾ ਜੀ ਮੇਰੀ ਅਰਦਾਸ ਤੇ 10ਵੇਂ ਪਾਤਸ਼ਾਹ ਦੇ ਅੱਗੇ ਆ, ਜੇ ਉਹਨੇ ਤੁਹਾਨੂੰ ਭੇਜਿਆ ਤੇ ਫਿਰ ਕਰ ਦਿਓ, ਫਿਰ ਉਹਦੇ ਹੁਕਮ 'ਚ ਹੀ ਹੋਣਾ ਜੋ ਹੋਣਾ। ਹਾਂਜੀ ਵੇਖੋ, ਇਹ ਜਿਹੜੇ ਮਰਜੀਵੜੇ ਆ ਨਾ, ਜੀ ਜੀ ਜਿਹੜੇ ਪੰਥਕ ਸੋਚ ਨੂੰ ਪ੍ਰਨਾਏ ਹੋਏ ਨੇ, ਜੀ ਜੀ ਨਹੀਂ ਤੇ ਅਸੀਂ ਵੇਖਿਆ ਜੇਲ੍ਹਾਂ ਵਿੱਚ ਜਿਹੜੇ ਆਮ ਕੈਦੀ ਜਾਂਦੇ ਨੇ, ਜੋ ਉਹਨਾਂ ਦੀ ਹਾਲਤ ਹੁੰਦੀ ਹੈ, ਉਹ ਕੰਧਾਂ ਨੂੰ ਟੱਕਰਾਂ ਮਾਰਦੇ ਨੇ ਤੇ ਐਡੀ ਚੜ੍ਹਦੀ ਕਲਾ ਵਿੱਚ ਰਹਿਣਾ ਤੇ ਇਹ ਕਹਿਣਾ ਵੀ ਕਲਗੀਧਰ ਪਾਤਸ਼ਾਹ ਦਾ ਜੋ ਹੁਕਮ ਹੋਇਆ ਤੇ ਹੈਂ, ਇਹ ਆ ਖਾਲਸੇ ਦੀ ਚੜ੍ਹਦੀ ਕਲਾ ਦਾ ਪ੍ਰਤੀਕ, ਜਿਹੜੇ ਉਸ ਗੁਰੂ ਸਾਹਿਬ ਨੂੰ ਦੀ ਸੋਚ ਨੂੰ ਪ੍ਰਨਾਏ ਹੋਏ ਨੇ। ਹਾਂਜੀ, ਬਹੁਤ ਬਹੁਤ ਧੰਨਵਾਦ ਜਥੇਦਾਰ ਸਾਹਿਬ ਜੀ, ਅਸੀਂ ਵੀ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਹਾਂ। ਔਰ ਜਥੇਦਾਰ ਸਾਹਿਬ ਖੁਦ ਵੀ ਸੰਘਰਸ਼ ਜਿਹੜਾ ਇਹਨਾਂ ਆਪਣੇ ਪਿੰਡੇ 'ਤੇ ਹੰਢਾਇਆ, ਕਿਤੇ ਨਾ ਕਿਤੇ ਸੰਘਰਸ਼ੀ ਜਿਹੜੇ ਯੋਧੇ ਨੇ, ਸ਼ਹੀਦ ਪਰਿਵਾਰ ਨੇ ਜਾਂ ਇਹ ਬੰਦੀ ਸਿੰਘ ਨੇ, ਉਹਨਾਂ ਦੇ ਪ੍ਰਤੀ ਇਹਨਾਂ ਦੇ ਮਨ ਦੇ ਵਿੱਚ ਇੱਕ ਸੌਫਟ ਕਾਰਨਰ ਹੈਗਾ। ਕਿਤੇ ਨਾ ਕਿਤੇ ਗਾਹੇ ਬਗਾਏ ਆਪਣੇ ਅਖਤਿਆਰੀ ਫੰਡ ਦੇ ਵਿੱਚੋਂ ਵੀ ਜਿਹੜਾ ਇਹਨਾਂ ਪਰਿਵਾਰਾਂ ਦੀ ਕਿਤੇ ਮਦਦ ਇਹ ਕਰਦੇ ਰਹਿੰਦੇ ਨੇ। ਹੁਣ ਇਹਨਾਂ ਭਰੋਸਾ ਦਿਵਾਇਆ ਕਿ ਇੱਕ ਐਪਲੀਕੇਸ਼ਨ ਲੈ ਕੇ ਇਸ ਪਰਿਵਾਰ ਦੀ ਮਦਦ ਜਿਹੜੀ ਆ ਪ੍ਰਧਾਨ ਸਾਹਿਬ ਦੇ ਰਾਹੀਂ ਵੀ SGPC ਵੱਲੋਂ ਵੀ ਕਰਵਾਉਣਗੇ। ਸਾਨੂੰ ਉਮੀਦ ਆ ਕਿ ਆਪਣੇ ਬੋਲ ਪੂਰੇ ਪਗਾਉਣਗੇ ਤੇ ਜ਼ਰੂਰ ਇਸ ਪਰਿਵਾਰ ਦੀ ਮਦਦ ਜਿਹੜੀ SGPC ਵੱਲੋਂ ਵੀ ਹੋਏਗੀ। ਬਹੁਤ ਮਿਹਰਬਾਨੀ ਜੀ, ਬਹੁਤ ਬਹੁਤ ਧੰਨਵਾਦ। ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ, ਅਸੀਂ ਤੁਹਾਡੇ ਬੇਹੱਦ ਸ਼ੁਕਰਗੁਜ਼ਾਰ ਹੋਵਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।